ਅੱਗੇ ਵਧਦੇ ਤੇ ਹੁਣ ਗੱਲ ਦਿੱਲੀ ਦੀ ਕਰਾਂਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਿਪੋਰਟ ਕੋਰੋਨਾ ਦੀ ਨੈਗੇਟਿਵ ਆਉਣ ਤੋਂ ਬਾਅਦ ਮੀਡੀਆ ਦੇ ਸਾਹਮਣੇ ਪਹੁੰਚੇ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਅਤੇ ਦਿੱਲੀ ਦੀ ਹਾਲਤ ਦੀ ਵਿਸਥਾਰ ਦੇ ਨਾਲ ਜਾਣਕਾਰੀ ਵੀ ਦਿੱਤੀ। ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਦਿੱਲੀ 'ਚ ਬਾਹਰਲੇ ਲੋਕਾਂ ਦੇ ਇਲਾਜ ਦੇ ਮੁੱਦੇ ਤੇ ਝਗੜੇ ਦਾ ਇਹ ਸਮਾਂ ਨਹੀਂ। ਦਿੱਲੀ ਵਿੱਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਇੱਕ ਵਾਰ ਫਿਰ ਮੀਡੀਆ ਦੇ ਮੁਖਾਤਿਬ ਹੋਏ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਬਾਹਰਲੇ ਲੋਕਾਂ ਦੇ ਇਲਾਜ ਦੇ ਮੁੱਦੇ ਤੇ ਲੜਾਈ ਦਾ ਇਹ ਸਮਾਂ ਨਹੀਂ ਅਤੇ ਐਲਜੀ ਅਨਿਲ ਬੈਜਲ ਦੇ ਹੁਕਮਾਂ ਨੂੰ ਮੰਨਿਆ ਜਾਵੇਗਾ। केंद्र सरकार ने निर्णय ले लिया, एलजी साहब ने आदेश पारित कर दिया। ये समय असहमतियों का समय नहीं है, ये समय एक दूसरे से डिफर करने का समय नहीं है। अब जो निर्णय हो गया केंद्र सरकार का, एलजी साहब ने जो आदेश दे दिया उसको लागू किया जाएगा। अरविंद केजरीवाल ने इस दौरान चिंता जाहिर कर दिया कि आने वाले समय दिल्ली में तेजी नाल कोरोना फैलन वाला है। केजरीवाल मुताबिक 31 जुलाई तक 80,000 बैड्स की जरूरत पेगी। इस दौरान केजरीवाल ने कोरोना खिलाफ जंग नूं जन अंदोलन बनाने का सद्दा दिता। केजरीवाल ने कहा कि इस समय सियासत करन दा नहीं, असीं लड़ते रहे तो कोरोना जित जाएगा अते वो खुद सड़कों ते उतर के सारे प्रबंध कराएंगे। दिल्ली में कोरोना बहुत तेजी से फैलने वाला है। 15 जून को उम्मीद है कि 44,000 केस हो जाएंगे। जो आज 31,000 केस हैं, ऐसा अनुमान है कि 15 जून तक 44,000 केस हो जाएंगे। 30 जून तक 1 लाख केस हो जाएंगे। 15 जुलाई तक 2.25 लाख केस हो जाएंगे और 31 जुलाई तक लगभग 5,32,000 केस हो जाएंगे दिल्ली में टोटल। और इसको देखते हुए 15 जून तक हमें 6,681 बेड्स की जरूरत पड़ेगी। 30 जून तक 15,000 बेड्स की जरूरत पड़ेगी। 15 जुलाई तक 33,000 बेड्स की जरूरत पड़ेगी। 31 जुलाई तक 80,000 बेड्स की जरूरत पड़ेगी। दरअसल दिल्ली सरकार ने कुछ दिन पहला तय किया सी कि दिल्ली के हस्पतालों सिर्फ दिल्ली के लोगों का ही इलाज होगा। बाहरले लोग केंद्र के हस्पतालों इलाज करा सकते हैं, पर इस फैसले को एलजी बैजल ने पलट दिता सी। जिक्र होगी कि खुद अरविंद केजरीवाल ਨੂੰ सोमवार बुखार ਅਤੇ खांसी ਦੀ शिकायत हुई सी ਅਤੇ मंगलवार उन्हां दा कोरोना टेस्ट होया जिहड़ा कि नेगेटिव आया है। ब्यूरो रिपोर्ट न्यूज़ 18। ਤਾਂ ਦਿੱਲੀ ਦੇ ਵਿੱਚ 31 ਜੁਲਾਈ ਤੱਕ 5.5 ਲੱਖ ਕੇਸ ਹੋ ਸਕਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਉੱਤੇ ਖਰਚਾ ਜਤਾ ਦਿੱਤਾ ਹੈ। ਬਹੁਤ ਵੱਡਾ ਅੰਕੜਾ। ਸਿਰਫ ਦਿੱਲੀ 'ਚ ਜੇ 5.5 ਲੱਖ ਹੋਣਗੇ ਤਾਂ ਪੂਰੇ ਦੇਸ਼ ਦੀ ਹਾਲਤ ਕੀ ਹੋ ਸਕਦੀ ਹੈ ਜੇਕਰ ਇਸ ਦਾਅਵੇ 'ਚ ਦਮ ਹੈ ਜਾਂ ਜੇਕਰ ਇਹ ਕੈਲਕੂਲੇਸ਼ਨ ਦੇ ਮੁਤਾਬਿਕ ਹੀ ਕੇਸ ਵਧਦੇ ਨੇ। ਰੱਬ ਨਾ ਕਰੇ ਅਜਿਹਾ ਹੋਵੇ। ਅੱਗੇ ਵਧਦੇ ਤੇ ਹੁਣ ਤੁਹਾਨੂੰ ਅਪਡੇਟ ਦਵਾਂਗੇ। ਅਪਡੇਟ ਪੂਰੀ ਦੁਨੀਆ ਦੇ ਨਾਲ ਦੇਸ਼ ਦੀ ਵੀ ਤੇ ਨਾਲ ਕੀ ਪੰਜਾਬ ਦੇ ਵੀ। शुरुआत करते हैं। सब तो पहला अंकड़े ਅਸੀਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਪੂਰੀ ਦੁਨੀਆ ਦੇ ਕਿ ਇਸ ਸਮੇਂ ਦੁਨੀਆ ਦੇ ਵਿੱਚ ਕਿੰਨੇ ਮਾਮਲੇ ਕੋਰੋਨਾ ਦੇ ਆ ਚੁੱਕੇ ਨੇ, ਕਿੰਨੇ ਠੀਕ ਹੋ ਚੁੱਕੇ ਨੇ ਤੇ ਮੌਤਾਂ ਕਿੰਨੀਆਂ ਹੋਈਆਂ ਨੇ। ਮੌਤਾਂ ਦਾ ਮੈਂ ਜ਼ਿਕਰ ਕਰਾਂ ਦੁਨੀਆ ਭਰ ਦੇ ਵਿੱਚ ਤਾਂ 4 ਲੱਖ ਤੋਂ ਜ਼ਿਆਦਾ ਲੋਕ ਹੁਣ ਤੱਕ ਇਸ ਮਹਾਮਾਰੀ ਦੀ ਭੇਂਟ ਚੜ ਚੁੱਕੇ ਨੇ। 4,14,000 ਤੋਂ ਭਾਰੇ ਅੰਕੜਾ ਪਹੁੰਚ ਚੁੱਕਾ ਹੈ। 73,50,440 ਮਾਮਲੇ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਰਿਪੋਰਟ ਹੋਏ ਨੇ। ਹਾਲਾਂਕਿ ਇਸ ਦੇ ਵਿੱਚ ਇੱਕ ਅੰਕੜਾ ਇਹ ਵੀ ਹੈ ਕਿ 36 ਲੱਖ ਤੋਂ ਜ਼ਿਆਦਾ 36,27,274 ਜਿਹੜਾ ਅੰਕੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਲੋਕ ਠੀਕ ਵੀ ਹੋਏ ਨੇ। ਤੇ ਦੂਜੇ ਪਾਸੇ ਇਸ ਸਮੇਂ ਦੁਨੀਆ ਭਰ ਦੇ ਵਿੱਚ 33 ਲੱਖ ਤੋਂ ਜ਼ਿਆਦਾ 33,08,826 ਇਹ ਐਕਟਿਵ ਕੇਸ ਨੇ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਕਿਹੜੇ ਨੇ ਇਸ ਸਮੇਂ ਦੁਨੀਆ ਭਰ ਦੇ ਵਿੱਚ। ਉਹਨਾਂ 'ਚ ਕਿੰਨੇ ਕੇਸ ਆਏ ਨੇ ਮੈਂ ਉਹ ਵੀ ਤੁਹਾਨੂੰ ਦੱਸਾਂਗਾ 24 ਘੰਟੇ ਦੇ ਵਿੱਚ। ਇੰਡੀਆ ਦੇ ਨਾਲ ਕੰਪੇਅਰ ਵੀ ਬੇਸ਼ੱਕ ਤੁਸੀਂ ਕਰਿਓ। ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ 3 ਦੇਸ਼ ਨੇ ਅਮਰੀਕਾ, ਬ੍ਰਾਜ਼ੀਲ ਤੇ ਰੂਸ। ਇਹ ਪਹਿਲੇ 3 ਨੰਬਰਾਂ ਦੇ ਉੱਤੇ ਇਹ ਤਿੰਨੋਂ ਦੇਸ਼ ਨੇ। ਅਮਰੀਕਾ ਦਾ ਬਹੁਤ ਜ਼ਿਆਦਾ ਕੇਸਿਸ ਹੈ, ਤਕਰੀਬਨ 20 ਲੱਖ ਕੇਸਿਸ ਹੈ। ਉਸ ਤੋਂ ਬਾਅਦ ਮਾਮਲਾ ਤਾਂ ਬ੍ਰਾਜ਼ੀਲ ਦੇ ਵਿੱਚ ਵੀ ਬਹੁਤ ਵਿਗੜਿਆ ਨਜ਼ਰ ਆਉਂਦਾ ਹੈ ਤੇ ਨਾਲ ਹੀ ਰੂਸ ਦੇ ਵਿੱਚ ਵੀ। ਅਮਰੀਕਾ ਦਾ ਜ਼ਿਕਰ ਕਰਾਂ ਤਾਂ 19,79,893 ਕੇਸ ਆ ਚੁੱਕੇ ਨੇ। ਬ੍ਰਾਜ਼ੀਲ ਦੇ ਵਿੱਚ
7,39,503 ਮਾਮਲੇ ਆ ਚੁੱਕੇ ਨੇ, ਜਦਕਿ ਰੂਸ ਦੇ ਵਿੱਚ 4,93,024 ਕੇਸਿਸ ਆ ਚੁੱਕੇ ਨੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ, ਕਿਉਂਕਿ ਹਿੰਦੁਸਤਾਨ ਦਾ ਸਾਨੂੰ ਪਤਾ ਕਿ ਤਕਰੀਬਨ 10,000 ਕੇਸ ਆਏ ਨੇ ਨਵੇਂ, ਤੇ ਜੇ ਅਸੀਂ ਗੱਲ ਕਰੀਏ ਅਮਰੀਕਾ ਦੇ ਵਿੱਚ ਤਾਂ 18,706 ਨਵੇਂ ਮਾਮਲੇ ਨੇ ਇਹਨਾਂ ਦੇ ਵਿੱਚ ਇੱਕ ਦਿਨ ਦੇ 24 ਘੰਟਿਆਂ ਦੇ। ਬ੍ਰਾਜ਼ੀਲ ਦੇ ਵਿੱਚ ਬਹੁਤ ਮਾਮਲੇ ਨਵੇਂ ਸਾਹਮਣੇ ਆ ਰਹੇ ਨੇ, 32,000 ਤੋਂ ਜ਼ਿਆਦਾ, 32,091 ਟੋਟਲ ਕੇਸ ਆਏ ਨੇ। ਜਿਹੜਾ ਤੁਸੀਂ ਟੋਟਲ ਦੇਖ ਰਹੇ ਹੋ ਇਸ ਦੇ ਵਿੱਚ 32,000 ਨਵੇਂ ਕੇਸ ਨੇ, ਜਦਕਿ ਰੂਸ ਦੇ ਵਿੱਚ 8,394 ਨਵੇਂ ਕੇਸ ਰਿਪੋਰਟ 24 ਘੰਟਿਆਂ 'ਚ ਕੀਤੇ ਗਏ ਨੇ। ਤੇ ਸਭ ਤੋਂ ਵੱਧ ਪ੍ਰਭਾਵਿਤ ਇਹ ਪਹਿਲੇ 3 ਦੇਸ਼ ਨੇ। ਉਸ ਤੋਂ ਬਾਅਦ ਅਗਲੇ 3 ਦੇਸ਼ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ, ਕਿਉਂਕਿ 5ਵੇਂ ਨੰਬਰ ਦੇ ਉੱਤੇ ਹਿੰਦੁਸਤਾਨ ਪਹੁੰਚਿਆ ਹੋਇਆ ਹੈ ਤੇ ਉਹ ਜਲਦ ਚੌਥੇ ਨੰਬਰ ਤੇ ਵੀ ਪਹੁੰਚ ਸਕਦਾ ਹੈ, ਜਿਸ ਤਰੀਕੇ ਨਾਲ ਇਸ ਸਮੇਂ ਕੇਸਿਸ ਵੱਧ ਰਹੇ ਨੇ ਹਿੰਦੁਸਤਾਨ ਦੇ ਵਿੱਚ। ਯੂਕੇ ਦੇ ਵਿੱਚ ਦੇਖੋ ਪਹਿਲਾ ਪੋਜੀਸ਼ਨ ਕੀ ਹੈ, ਯੂਕੇ, ਭਾਰਤ ਅਤੇ ਸਪੇਨ, ਇਹ ਚੌਥਾ, ਪੰਜਵਾਂ ਤੇ 6ਵਾਂ ਨੰਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜਿਹੜੇ 3 ਹੋਰ ਕੰਟਰੀਜ਼ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਸਭ ਤੋਂ ਵੱਧ ਪ੍ਰਭਾਵਿਤ ਨੇ, ਯੂਕੇ ਦੇ ਵਿੱਚ 2,90,581 ਕੇਸਿਸ। ਉਸ ਤੋਂ ਬਾਅਦ ਨੰਬਰ ਆਉਂਦਾ ਹੈ ਹਿੰਦੁਸਤਾਨ ਦਾ 2,76,598 ਕੇਸਿਸ, 583 ਕੇਸਿਸ, ਜਦਕਿ ਸਪੇਨ ਦੇ ਵਿੱਚ 2,41,966 ਕੇਸਿਸ। ਇਹ ਚੌਥਾ, ਪੰਜਵਾਂ ਤੇ 6ਵਾਂ ਨੰਬਰ ਹੈ, ਕਿਉਂਕਿ ਮਾਮਲੇ ਬਹੁਤ ਤੇਜ਼ੀ ਦੇ ਨਾਲ ਹਿੰਦੁਸਤਾਨ ਦੇ ਵਿੱਚ ਵੱਧ ਰਹੇ ਨੇ। ਤਾਂ ਅਗਲੇ 1 ਜਾਂ 2 ਦਿਨ ਦੇ ਵਿੱਚ ਯੂਕੇ ਨੂੰ ਪਛਾੜ ਕੇ ਹਿੰਦੁਸਤਾਨ ਚੌਥੇ ਨੰਬਰ ਤੇ ਪਹੁੰਚ ਸਕਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੇ ਵਿੱਚ, ਕਿਉਂਕਿ ਯੂਕੇ 'ਚ ਪਿਛਲੇ 24 ਘੰਟਿਆਂ 'ਚ ਸਿਰਫ 1747 ਕੇਸ ਵਧੇ ਨੇ, ਜਦਕਿ ਸਪੇਨ ਦੇ ਵਿੱਚ ਤਾਂ ਸਿਰਫ 249 ਮਾਮਲੇ ਨਵੇਂ ਆਏ ਨੇ। ਹਿੰਦੁਸਤਾਨ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ 9,985 ਤੇ ਗਿਣਤੀ 2,76,000 ਤੋਂ ਪਾਰ। ਇਸ ਤੋਂ ਬਾਅਦ ਹੁਣ ਅਸੀਂ ਪਾਕਿਸਤਾਨ ਦਾ ਵੀ ਤੁਹਾਨੂੰ ਦੱਸ ਦਈਏ, 15ਵੇਂ ਨੰਬਰ ਦੇ ਉੱਤੇ ਪਾਕਿਸਤਾਨ ਹੈ। 1,13,702 ਮਾਮਲੇ ਸਾਹਮਣੇ ਆ ਚੁੱਕੇ ਨੇ। ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 5385 ਮਾਮਲੇ ਸਾਹਮਣੇ ਆਏ ਨੇ। ਅੱਗੇ ਵਧਦੇ ਹਾਂ ਤੇ ਹੁਣ ਮੌਤਾਂ ਜਿਹੜੀਆਂ ਹੋਣੀਆਂ ਨੇ ਦੁਨੀਆ ਭਰ ਦੇ ਵਿੱਚ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਕਿੱਥੇ ਮੌਤਾਂ ਕਿੰਨੀਆਂ ਹੋਈਆਂ ਨੇ ਹੁਣ ਤੱਕ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ, 1,12,006 ਲੋਕਾਂ ਦੀ ਮੌਤ ਹੁਣ ਤੱਕ ਕਰੋਨਾ ਦੀ ਵਜ੍ਹਾ ਨਾਲ ਅਮਰੀਕਾ ਦੇ ਵਿੱਚ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਬਹੁਤ ਸ਼ੁਰੂਆਤੀ ਦਿਨਾਂ 'ਚ ਕਹਿ ਦਿੱਤਾ ਸੀ ਕਿ ਜੇ ਅਸੀਂ 2 ਲੱਖ ਤੋਂ ਥੱਲੇ ਰੋਕ ਪਾਏ ਤਾਂ ਸਾਡੀ ਜਿੱਤ ਹੋਏਗੀ। ਉਸ ਤੋਂ ਬਾਅਦ ਯੂਕੇ ਦੇ ਵਿੱਚ 40,968 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ। ਯੂਕੇ 'ਚ ਕੇਸਿਸ ਬੇਸ਼ੱਕ ਚੌਥੇ ਨੰਬਰ ਤੇ ਹੋਵੇ ਯੂਕੇ ਮਾਮਲਿਆਂ ਦੇ ਮਾਮਲੇ 'ਚ, ਪਰ ਮੌਤਾਂ ਦੇ ਮਾਮਲੇ 'ਚ ਦੂਜੇ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵੀ ਦੇਸ਼ਾਂ ਦੇ। ਜਦਕਿ ਬ੍ਰਾਜ਼ੀਲ ਦੇ ਵਿੱਚ 38,406 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਦੇ ਨਾਲ ਹੁਣ ਤੱਕ ਹੋ ਚੁੱਕੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਯੂਕੇ ਦੇ ਵਿੱਚ 288 ਮੌਤਾਂ ਹੋਈਆਂ ਨੇ, ਜਦਕਿ ਅਮਰੀਕਾ ਦੇ ਵਿੱਚ 999 ਲੋਕਾਂ ਦੀ ਮੌਤ ਹੋਈ ਹੈ। ਜਦਕਿ ਮੈਂ ਬ੍ਰਾਜ਼ੀਲ ਦਾ ਜ਼ਿਕਰ ਕਰਾਂ ਤਾਂ ਬ੍ਰਾਜ਼ੀਲ ਦੇ ਵਿੱਚ 1272 ਲੋਕਾਂ ਨੇ ਦਮ ਤੋੜਿਆ ਹੈ। ਅੱਗੇ ਵਧਦੇ ਹਾਂ ਤੇ ਹੁਣ ਦੇਸ਼ ਦਾ ਅੰਕੜਾ ਵੀ ਤੁਹਾਨੂੰ ਦੱਸਾਂਗੇ ਪੂਰੇ ਦੇਸ਼ ਦੇ ਵਿੱਚ ਕੀ ਕੁਝ ਹਾਲਾਤ ਨੇ। ਤਾਂ ਪੂਰੇ ਦੇਸ਼ ਦਾ ਅਸੀਂ ਜ਼ਿਕਰ ਕਰੀਏ ਤਾਂ 2,76,583 ਕੇਸਿਸ, ਜਿਵੇਂ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ 9,985 ਮਾਮਲੇ ਨਵੇਂ ਤੇ ਗਿਣਤੀ 2,76,000 ਤੋਂ ਪਾਰ। ਇਹਨਾਂ ਦੇ ਵਿੱਚੋਂ 1,35,205 ਲੋਕ ਠੀਕ ਹੋ ਚੁੱਕੇ ਨੇ, ਜਦਕਿ 7,745 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਐਕਟਿਵ ਕੇਸ ਇਸ ਸਮੇਂ ਪੂਰੇ ਦੇਸ਼ ਦੇ ਵਿੱਚ 1,33,633 ਲੋਕ ਨੇ ਜਿਹੜੇ ਐਕਟਿਵ ਮਾਮਲੇ ਨੇ। ਪੂਰੇ ਦੇਸ਼ ਦਾ ਹਾਲ ਦੱਸਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ 3 ਦਿਨਾਂ ਦੇ ਵਿੱਚ ਕਿਹੜੇ ਮਾਮਲੇ, ਜਿੰਨੇ ਮਾਮਲੇ ਸਾਹਮਣੇ ਆਏ ਨੇ ਅਲੱਗ-ਅਲੱਗ ਦਿਨਾਂ ਦੇ, ਉਹ ਕੰਪੇਅਰ ਕਰਨ ਦੇ ਲਈ ਕਿ ਅਸੀਂ ਤੁਲਨਾ ਕਰ ਸਕੀਏ ਕਿ ਰੋਜ਼ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ। 9 ਜੂਨ, 8 ਜੂਨ ਤੇ 7 ਜੂਨ 3 ਦਿਨਾਂ ਦਾ ਅੰਕੜਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। 9 ਜੂਨ ਦਾ ਦਿਨ 9,985 ਮਾਮਲੇ, ਉਸ ਤੋਂ ਬਾਅਦ 8 ਜੂਨ ਦਾ ਦਿਨ 24 ਘੰਟੇ 'ਚ 9,987 ਮਾਮਲੇ, ਉਸ ਤੋਂ ਬਾਅਦ ਇੱਕ ਦਿਨ ਹੋਰ ਪਹਿਲਾਂ ਅਗਰ ਚਲੇ ਜਾਈਏ 7 ਜੂਨ ਦਾ ਦਿਨ ਤਾਂ ਉਸ ਦਿਨ 9,983 ਮਾਮਲੇ। ਤਕਰੀਬਨ 10,000 ਕੇਸ ਰੋਜ਼ਾਨਾ ਇਸ ਸਮੇਂ ਹਿੰਦੁਸਤਾਨ ਦੇ ਵਿੱਚ ਰਿਪੋਰਟ ਕੀਤੇ ਜਾ ਰਹੇ ਨੇ। ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਕਿੰਨੀਆਂ ਹੋਈਆਂ ਨੇ। ਇਹ ਵੀ ਤੁਹਾਨੂੰ 3 ਦਿਨਾਂ ਦਾ ਅੰਕੜਾ ਅਸੀਂ ਦੱਸਦੇ ਹਾਂ ਰੋਜ਼ਾਨਾ, ਤੇ ਅੱਜ ਵੀ 3 ਦਿਨਾਂ ਦਾ ਅੰਕੜਾ ਦੱਸਾਂਗੇ। ਇਸ ਦੇ ਨਾਲ ਥੋੜੀ ਜਿਹੀ ਵੀ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਸਮੇਂ ਹਾਲਾਤ ਕੀ ਹੈ, ਕਿ ਪਿਛਲੇ ਦਿਨ ਤੋਂ ਇਸ ਦਿਨ ਦੇ ਵਿੱਚ ਕਿੰਨਾ ਅਸਰ ਪਿਆ, 24 ਘੰਟਿਆਂ 'ਚ ਕਿੰਨਾ ਅਸਰ ਹੋਇਆ। ਤਾਂ 9 ਜੂਨ ਨੂੰ ਮੌਤਾਂ ਦੀ ਗਿਣਤੀ 279 ਲੋਕਾਂ ਨੇ ਕਰੋਨਾ ਦੀ ਵਜ੍ਹਾ ਨਾਲ 9 ਜੂਨ ਨੂੰ ਦਮ ਤੋੜਿਆ। ਉਸ ਤੋਂ ਇੱਕ ਦਿਨ ਮੈਂ ਪਹਿਲਾਂ ਦਾ ਜ਼ਿਕਰ ਕਰਾਂ ਤਾਂ ਗਿਣਤੀ ਜ਼ਿਆਦਾ ਸੀ, 300 ਤੋਂ ਪਾਰ ਸੀ। 331 ਲੋਕਾਂ ਨੇ ਦਮ ਤੋੜਿਆ ਸੀ 8 ਜੂਨ ਨੂੰ। ਉਸ ਤੋਂ ਇੱਕ ਦਿਨ ਪਹਿਲਾਂ ਚਲੇ ਜਾਓ 7 ਜੂਨ ਨੂੰ ਤਾਂ 271 ਲੋਕਾਂ ਦੀ ਮੌਤ 7 ਜੂਨ ਨੂੰ ਹੋਈ ਸੀ। ਇਹ ਹਿੰਦੁਸਤਾਨ ਦਾ 3 ਦਿਨ ਦਾ ਅੰਕੜਾ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਮੌਤਾਂ ਹੋਈਆਂ ਨੇ। ਇਸ ਵਿਚਾਲੇ ਜਿਹੜੇ ਰਿਕਵਰ ਕਰ ਗਏ ਨੇ ਲੋਕ, ਉਹਨਾਂ ਦਾ ਅੰਕੜਾ ਜਾਣਨਾ ਵੀ ਜ਼ਰੂਰੀ। ਰਿਕਵਰ ਕੀਤੇ ਲੋਕਾਂ ਦੀ ਗਿਣਤੀ ਕਿੰਨੀ ਹੈ। 9 ਜੂਨ ਦਾ ਦਿਨ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਸਕੂਨ ਭਰਿਆ ਰਿਹਾ। 5990 ਲੋਕਾਂ ਨੇ, ਤਕਰੀਬਨ 6000 ਲੋਕਾਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ। ਉਸ ਤੋਂ ਬਾਅਦ 8 ਜੂਨ ਨੂੰ 4785 ਲੋਕਾਂ ਨੇ ਮਾਤ ਦਿੱਤੀ ਸੀ ਕਰੋਨਾ ਨੂੰ। ਅੰਕੜਾ ਥੋੜਾ ਜਿਹਾ ਘੱਟ ਸੀ, ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ 7 ਜੂਨ ਨੂੰ ਵੀ 5000 ਤੋਂ ਜ਼ਿਆਦਾ 5137 ਲੋਕਾਂ ਨੇ ਮਾਤ ਦਿੱਤੀ ਸੀ। ਅਸੀਂ ਤੁਹਾਨੂੰ ਇਹ ਵੀ ਕਲੀਅਰ ਕਰ ਦਈਏ
ਕਿ ਇਹ ਅੰਕੜੇ 24 ਘੰਟਿਆਂ ਦੇ ਹੁੰਦੇ ਨੇ ਤੇ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਪਿਛਲੇ ਦਿਨ ਦੇ 24 ਘੰਟੇ ਜਿਹੜੇ ਲੰਘੇ ਉਹਨਾਂ ਦੇ ਅੰਕੜੇ ਦੱਸੇ ਜਾਂਦੇ ਨੇ। ਉਹੀ ਅਸੀਂ ਤੁਹਾਡੇ ਕੋਲ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਤਿੰਨ ਸੂਬੇ ਜਿਹੜੇ ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ, ਉਹ ਕਿਹੜੇ ਨੇ? ਮਹਾਰਾਸ਼ਟਰ, ਤਾਮਿਲਨਾਡੂ ਤੇ ਦਿੱਲੀ। ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਤੇ ਬਹੁਤ ਜ਼ਿਆਦਾ ਕੇਸਿਸ ਨੇ। ਮਹਾਰਾਸ਼ਟਰ ਦੇ ਵਿੱਚ ਤਾਂ ਹਾਲਤ ਦੇਖੋ 90,000 ਤੋਂ ਪਾਰ ਜਾ ਚੁੱਕੀ ਹੈ ਕੇਸਾਂ ਦੀ ਗਿਣਤੀ, ਮਾਮਲਿਆਂ ਦੀ ਗਿਣਤੀ 90,787, ਜਦਕਿ ਤਾਮਿਲਨਾਡੂ ਦੇ ਵਿੱਚ 34,914 ਕੇਸ ਨੇ। ਦਿੱਲੀ ਵੀ ਪਿੱਛੇ ਨਹੀਂ, ਦਿੱਲੀ ਦੇ ਵਿੱਚ ਵੀ ਬੜੀ ਜ਼ਬਰਦਸਤ ਰਫ਼ਤਾਰ ਨਾਲ ਕੇਸ ਵਧ ਰਹੇ ਨੇ। 31,309 ਮਾਮਲੇ ਹੁਣ ਤੱਕ ਦਿੱਲੀ ਦੇ ਵਿੱਚ ਹੋ ਚੁੱਕੇ ਨੇ। ਇਹ ਵੀ ਕਲੀਅਰ ਕਰ ਦਵਾਂ ਕਿ ਇਹ ਟੋਟਲ ਨੇ। ਟੋਟਲ ਦਾ ਮਤਲਬ ਕਿ ਜਿਹੜੇ ਲੋਕ ਠੀਕ ਹੋ ਗਏ ਨੇ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਉਹ ਵੀ ਇਹਨਾਂ ਦੇ ਵਿੱਚ ਹੀ ਹੁੰਦੇ ਨੇ। ਇਸ ਕਰਕੇ ਤੁਹਾਨੂੰ ਐਕਟਿਵ ਮਾਮਲੇ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਕਿੰਨੇ ਨੇ ਉਹ ਵਕਤ ਤੋਂ ਦੱਸ ਦਿੰਨੇ ਆ। ਮਹਾਰਾਸ਼ਟਰ ਦੇ ਵਿੱਚ ਕਿੰਨੇ ਐਕਟਿਵ ਕੇਸ ਨੇ ਇਸ ਸਮੇਂ? 44,860 ਮਾਮਲੇ। ਇਸ ਸਮੇਂ ਵੀ ਤਕਰੀਬਨ 45,000 ਲੋਕ ਐਕਟਿਵ ਕੇਸਿਸ ਅਜੇ ਵੀ ਹੈਗੇ ਨੇ ਮਹਾਰਾਸ਼ਟਰ ਦੇ ਵਿੱਚ। ਉਸ ਤੋਂ ਬਾਅਦ ਨੰਬਰ ਤਾਮਿਲਨਾਡੂ ਦਾ, ਤਾਂ ਤਾਮਿਲਨਾਡੂ ਦੇ ਵਿੱਚ ਤੁਹਾਨੂੰ ਦੱਸ ਦਈਏ 16,282 ਇਸ ਸਮੇਂ ਐਕਟਿਵ ਕੇਸ ਨੇ। ਦਿੱਲੀ ਦੀ ਹਾਲਤ ਬਹੁਤ ਗੰਭੀਰ ਹੈ। ਦੇਸ਼ ਦੇ ਦੋ ਵੱਡੇ ਜਿਹੜੇ ਸੂਬੇ ਨੇ, ਇੱਕ ਦਿੱਲੀ ਤੇ ਇੱਕ ਮਹਾਰਾਸ਼ਟਰ, ਦੋਵਾਂ ਦੇ ਵਿੱਚ ਸਥਿਤੀ ਬਹੁਤ ਗੰਭੀਰ ਹੈ। ਦਿੱਲੀ ਦੇ ਵਿੱਚ ਇਸ ਸਮੇਂ 18,543 ਐਕਟਿਵ ਕੇਸ ਨੇ। ਐਕਟਿਵ ਕੇਸ ਕਿਉਂਕਿ ਟੋਟਲ ਤਾਂ 31,000 ਤੋਂ ਪਾਰ ਚਲੇ ਗਏ ਨੇ। ਇਸ ਤੋਂ ਬਾਅਦ ਅਸੀਂ ਹੁਣ ਪੰਜਾਬ ਦਾ ਰੁਖ ਕਰਾਂਗੇ। ਪੰਜਾਬ ਦੇ ਵਿੱਚ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਪੰਜਾਬ ਦੇ ਤਿੰਨ ਜਿਹੜੇ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। 526 ਅੰਮ੍ਰਿਤਸਰ ਦੇ ਵਿੱਚ, 316 ਜਲੰਧਰ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ 281। ਇਹ ਤਿੰਨ ਜ਼ਿਲ੍ਹੇ ਜੋ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਭਾਵਿਤ ਨੇ ਉਹਨਾਂ ਦਾ ਅਸੀਂ ਜ਼ਿਕਰ ਕੀਤਾ ਹੈ। ਤੇ ਇਹ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜਾਬ ਦੇ ਵਿੱਚ ਹੈਗੇ ਨੇ। ਹੁਣ ਇੱਕ ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦਾ ਵੀ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਤਾਂ ਅੰਮ੍ਰਿਤਸਰ ਤੋਂ ਸ਼ੁਰੂਆਤ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ 526 ਟੋਟਲ ਕੇਸਿਸ ਨੇ, ਜਦਕਿ ਐਕਟਿਵ ਮਾਮਲੇ ਇਸ ਸਮੇਂ 139 ਹੋ ਚੁੱਕੇ ਨੇ। ਕਿਉਂਕਿ 526 11 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਅੰਮ੍ਰਿਤਸਰ ਦੇ ਵਿੱਚ ਅੰਕੜਾ ਵਾਧਾ ਹੋਇਆ, 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਸ ਵਿਚਾਲੇ ਇਹ ਵੀ ਤੁਹਾਨੂੰ ਦੱਸ ਦਈਏ ਕਿ 378 ਲੋਕ ਠੀਕ ਵੀ ਹੋ ਚੁੱਕੇ ਨੇ। 139 ਇਸ ਸਮੇਂ ਐਕਟਿਵ ਮਾਮਲੇ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਜਲੰਧਰ ਦਾ। ਜਲੰਧਰ ਦੇ ਕੀ ਹਾਲ ਹੈ? ਇੱਕ ਮਾਮਲਾ ਜਲੰਧਰ ਦੇ ਵਿੱਚ ਵੀ ਰਿਪੋਰਟ ਕੀਤਾ ਗਿਆ ਪਿਛਲੇ ਕੁਝ ਘੰਟਿਆਂ ਦੇ ਵਿੱਚ। 316 ਟੋਟਲ ਗਿਣਤੀ ਹੁਣ ਤੱਕ ਹੋ ਚੁੱਕੀ ਹੈ ਜਲੰਧਰ ਦੇ ਵਿੱਚ, ਜਦਕਿ 243 ਲੋਕ ਠੀਕ ਹੋਏ ਨੇ। 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਐਕਟਿਵ ਕੇਸਿਸ ਇੱਥੇ ਵੀ 66 ਅਜੇ ਹੈਗੇ ਨੇ। ਉਸ ਤੋਂ ਬਾਅਦ ਮੈਂ ਰੁਕ ਕਰਾਂਗਾ ਲੁਧਿਆਣਾ ਦਾ। ਲੁਧਿਆਣਾ ਦੇ ਵਿੱਚ ਕੀ ਹਾਲਾਤ ਨੇ? ਲੁਧਿਆਣਾ 'ਚ ਬਹੁਤ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕ ਵੀ ਭਰਤੀ ਨੇ ਅਤੇ ਲੁਧਿਆਣਾ ਦੇ ਵਿੱਚ ਨਵਾਂ ਮਾਮਲਾ ਕੋਈ ਨਹੀਂ ਹੈ। ਜਿਹੜੇ ਲੁਧਿਆਣਾ 'ਚ ਹਸਪਤਾਲ 'ਚ ਮਾਮਲੇ ਨਵੇਂ ਸਾਹਮਣੇ ਆਏ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਸੀ। ਇੱਕ ਲੁਧਿਆਣਾ ਦਾ ਸੀ ਤੇ 3 ਮਾਮਲੇ ਸੰਗਰੂਰ ਦੇ ਸੀ। ਮੈਂ ਸੰਗਰੂਰ ਦਾ ਰੁਕ ਕਰਾਂਗਾ, ਪਰ ਪਹਿਲਾਂ ਅਸੀਂ ਗੱਲ ਲੁਧਿਆਣਾ ਦੀ ਕਰ ਲਈਏ। 281 ਟੋਟਲ ਮਾਮਲੇ ਨੇ, ਇਹਨਾਂ ਦੇ ਵਿੱਚੋਂ 171 ਲੋਕ ਠੀਕ ਹੋ ਗਏ, 10 ਲੋਕਾਂ ਦੀ ਮੌਤ ਹੋ ਗਈ ਤੇ ਇਸ ਸਮੇਂ 100 ਐਕਟਿਵ ਕੇਸ ਲੁਧਿਆਣਾ ਦੇ ਵਿੱਚ ਹੈਗੇ ਨੇ। ਇਸ ਤੋਂ ਬਾਅਦ ਤਰਨਤਾਰਨ ਦਾ ਰੁਖ। ਤਰਨਤਾਰਨ ਦੇ ਵਿੱਚ ਨਵਾਂ ਕੇਸ ਕੋਈ ਨਹੀਂ ਹੈ। 168 ਮਾਮਲੇ ਪਹਿਲਾਂ ਸੀ, ਉਹਨਾਂ ਦੇ ਵਿੱਚੋਂ 165 ਲੋਕ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ ਸੀ। 2 ਇਸ ਸਮੇਂ ਵੀ ਐਕਟਿਵ ਕੇਸ ਤਰਨਤਾਰਨ ਦੇ ਵਿੱਚ ਹੈਗੇ ਨੇ। ਤਰਨਤਾਰਨ ਤੋਂ ਬਾਅਦ ਅਸੀਂ ਰੁਕ ਕਰਾਂਗੇ ਗੁਰਦਾਸਪੁਰ ਦਾ ਕਿ ਗੁਰਦਾਸਪੁਰ ਦੇ ਵਿੱਚ ਪੋਜ਼ਿਟਿਵ ਮਾਮਲੇ ਕਿੰਨੇ ਨੇ। ਗੁਰਦਾਸਪੁਰ ਦੇ ਵਿੱਚ ਇਸ ਸਮੇਂ ਟੋਟਲ ਪੋਜ਼ਿਟਿਵ ਮਾਮਲੇ ਹੁਣ ਤੱਕ 166 ਸਾਹਮਣੇ ਆ ਚੁੱਕੇ ਨੇ। 137 ਲੋਕ ਠੀਕ ਹੋ ਚੁੱਕੇ ਨੇ, ਜਦਕਿ 3 ਜੇ ਅਸੀਂ ਜ਼ਿਕਰ ਕਰੀਏ ਕਿ 3 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ। ਇਸ ਸਮੇਂ ਐਕਟਿਵ ਕੇਸਿਸ 26 ਹੈਗੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਗੁਰਦਾਸਪੁਰ ਤੋਂ ਬਾਅਦ ਅੱਗੇ ਵਧਦੇ ਹਾਂ ਤੇ ਹੁਣ ਅਸੀਂ ਮਾਲਵੇ ਦਾ ਰੁਖ ਕਰਾਂਗੇ ਕਿ ਮਾਲਵੇ 'ਚ ਕਿਹੜੇ ਜ਼ਿਲ੍ਹੇ ਨੇ, ਕੀ ਉਹਨਾਂ ਦਾ ਹਾਲ ਹੈ। ਬਰਨਾਲਾ ਤੋਂ ਸ਼ੁਰੂਆਤ। ਬਰਨਾਲਾ ਦੇ ਵਿੱਚ 27 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ, 23 ਉਹਨਾਂ ਦੇ ਵਿੱਚੋਂ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ ਸੀ, ਯਾਨੀ ਕਿ 3 ਐਕਟਿਵ ਕੇਸ ਨੇ ਇਸ ਸਮੇਂ। ਤੇ ਰਾਹਤ ਇਹ ਹੈ ਕਿ ਨਵਾਂ ਮਾਮਲਾ ਬਰਨਾਲਾ ਦੇ ਵਿੱਚ ਕੋਈ ਵੀ ਰਿਪੋਰਟ ਨਹੀਂ ਕੀਤਾ ਗਿਆ। ਪਠਾਨਕੋਟ ਦਾ ਰੁਖ ਕਰਦੇ ਹਾਂ। ਪਠਾਨਕੋਟ ਦੇ ਵਿੱਚ ਪੋਜ਼ਿਟਿਵ ਮਾਮਲੇ ਕਿੰਨੇ ਨੇ? 113। ਇੱਥੇ ਗਿਣਤੀ ਵੱਧ ਰਹੀ ਹੈ ਲਗਾਤਾਰ। 113 ਮਾਮਲੇ ਟੋਟਲ ਹੋ ਚੁੱਕੇ ਨੇ ਪਠਾਨਕੋਟ ਦੇ ਵਿੱਚ। 57 ਲੋਕ ਠੀਕ ਹੋਏ ਨੇ, 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 52 ਅਜੇ ਵੀ ਐਕਟਿਵ ਮਾਮਲੇ ਹੈਗੇ ਨੇ ਪਠਾਨਕੋਟ 'ਚ। ਉਸ ਤੋਂ ਬਾਅਦ ਮਾਨਸਾ ਦਾ ਰੁਖ ਕਰਾਂਗਾ। ਮਾਨਸਾ ਦੇ ਵਿੱਚ ਨਵਾਂ ਮਾਮਲਾ ਕੋਈ ਨਹੀਂ ਹੈ, ਉਹੀ 35 ਮਾਮਲੇ ਨੇ, 33 ਲੋਕ ਠੀਕ ਹੋ ਚੁੱਕੇ ਨੇ, ਜਦਕਿ 2 ਐਕਟਿਵ ਮਾਮਲੇ ਇਸ ਸਮੇਂ ਵੀ ਹੈਗੇ ਨੇ। ਮਾਨਸਾ ਦੇ ਵਿੱਚ ਰਾਹਤ ਹੈ, ਕੋਈ ਨਵਾਂ ਮਾਮਲਾ ਨਹੀਂ ਹੈ, ਹਾਲਾਂਕਿ 2 ਐਕਟਿਵ ਕੇਸ ਜ਼ਰੂਰ ਹੈਗੇ ਨੇ। ਕਪੂਰਥਲਾ ਵੀ ਮਾਨਸਾ ਦੀ ਤਰ੍ਹਾਂ ਨਵਾਂ ਮਾਮਲਾ ਕੋਈ ਵੀ ਨਹੀਂ। ਪੋਜ਼ਿਟਿਵ ਮਾਮਲੇ ਹੁਣ ਤੱਕ 42 ਦੇ ਵਿੱਚੋਂ 33 ਠੀਕ ਹੋ ਗਏ, 3 ਲੋਕਾਂ ਦੀ ਹੋ ਗਈ ਮੌਤ। ਤਾਂ ਇਸ ਸਮੇਂ 6 ਐਕਟਿਵ ਕੇਸ ਹੈਗੇ ਨੇ ਕਪੂਰਥਲਾ ਦੇ ਵਿੱਚ। ਅੱਗੇ ਵਧਦੇ ਹਾਂ ਤੇ ਗੱਲ ਬਠਿੰਡਾ ਦੀ। ਬਠਿੰਡਾ ਦੇ ਵਿੱਚ ਕੀ ਹਾਲ ਹੈ? ਬਠਿੰਡਾ ਦੇ ਵਿੱਚ ਟੋਟਲ 62 ਕੇਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ ਤੇ 62 ਦੇ ਵਿੱਚੋਂ ਦੇਖੋ 56 ਲੋਕ ਕੋਰੋਨਾ ਨੂੰ ਮਾਤ ਵੀ ਦੇ ਚੁੱਕੇ ਨੇ। ਮੌਤ ਕਿਸੇ ਦੀ ਨਹੀਂ ਹੋਈ, ਰਾਹਤ ਭਰੀ ਖਬਰ ਹੈ। ਤੇ ਐਕਟਿਵ ਕੇਸਿਸ ਦਾ ਅਸੀਂ ਜ਼ਿਕਰ ਕਰੀਏ ਤਾਂ 6 ਐਕਟਿਵ ਕੇਸ ਹੈਗੇ ਨੇ
ਬਠਿੰਡਾ ਦੇ ਵਿੱਚ। ਬਠਿੰਡਾ ਤੋਂ ਬਾਅਦ ਰੁਕ ਕਰਾਂਗੇ ਫਾਜ਼ਿਲਕਾ ਦਾ। ਫਾਜ਼ਿਲਕਾ ਦੇ ਵਿੱਚ ਇਸ ਸਮੇਂ ਕੀ ਹਾਲਾਤ ਹੈ? ਨਵਾਂ ਮਾਮਲਾ ਕੋਈ ਨਹੀਂ। 50 ਟੋਟਲ ਮਾਮਲੇ ਨੇ, ਉਹਨਾਂ ਦੇ ਵਿੱਚੋਂ 44 ਲੋਕ ਠੀਕ ਹੋ ਚੁੱਕੇ ਨੇ, ਯਾਨੀ ਕਿ ਮੌਤ ਕਿਸੇ ਦੀ ਨਹੀਂ ਹੋਣੀ। ਯਾਨੀ ਕਿ ਇਸ ਸਮੇਂ 6 ਐਕਟਿਵ ਮਾਮਲੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੈਗੇ ਨੇ। 6 ਨਵੇਂ ਮਾਮਲੇ, ਕਈ ਕਿ 6 ਐਕਟਿਵ ਮਾਮਲੇ ਹੈਗੇ ਨੇ। ਉਸ ਤੋਂ ਬਾਅਦ ਫਿਰੋਜ਼ਪੁਰ ਦਾ ਜ਼ਿਕਰ ਕਰਦੇ ਹਾਂ। ਫਿਰੋਜ਼ਪੁਰ ਇਕੱਲਾ ਅਜਿਹਾ ਜ਼ਿਲ੍ਹਾ ਜਿੱਥੇ ਰਾਹਤ ਹੈ, ਜੋ ਕਰੋਨਾ ਮੁਕਤ ਤੁਸੀਂ ਕਹਿ ਸਕਦੇ ਹੋ। ਪਿਛਲੇ ਕੁਝ ਦਿਨਾਂ ਤੋਂ ਕਰੋਨਾ ਮੁਕਤ ਇਹ ਜ਼ਿਲ੍ਹਾ ਹੈਗਾ ਏ। 43 ਟੋਟਲ ਮਾਮਲੇ ਰਿਪੋਰਟ, ਮਾਫੀ ਚਾਹਾਂਗਾ, 44 ਮਾਮਲੇ ਟੋਟਲ ਰਿਪੋਰਟ ਕੀਤੇ ਗਏ ਸੀ। 43 ਲੋਕ ਹੁਣ ਤੱਕ ਠੀਕ ਹੋ ਚੁੱਕੇ ਨੇ, ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ ਸੀ। ਇਹ ਜ਼ਿਲ੍ਹਾ ਕਰੋਨਾ ਮੁਕਤ ਹੈ। ਇਸ ਤੋਂ ਬਾਅਦ ਅੱਗੇ ਵਧਦੇ ਹਾਂ। ਫਿਰੋਜ਼ਪੁਰ ਤੋਂ ਬਾਅਦ ਅਸੀਂ ਰੁਕ ਕਰਾਂਗੇ ਹੁਣ ਫਤਿਹਗੜ੍ਹ ਸਾਹਿਬ ਦਾ। ਫਤਿਹਗੜ੍ਹ ਸਾਹਿਬ 'ਚ ਕੀ ਹਾਲਾਤ ਨੇ? ਇੱਥੇ ਮਾਮਲੇ ਬਹੁਤ ਸਾਰੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਗਿਣਤੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚ ਚੁੱਕੀ ਹੈ 73 ਤੱਕ। ਜਿਹਾਂ 73 ਟੋਟਲ ਮਾਮਲੇ ਹੁਣ ਤੱਕ ਰਿਪੋਰਟ ਚੁੱਕੇ ਨੇ, ਜਦਕਿ 58 ਲੋਕ ਉਹਨਾਂ ਦੇ ਵਿੱਚੋਂ ਠੀਕ ਹੋ ਗਏ। ਰਾਹਤ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ। ਤੁਸੀਂ ਦੇਖ ਰਹੇ ਹੋ ਮੌਤਾਂ ਦਾ ਅੰਕੜੇ ਦੇ ਅੱਗੇ 00 ਲਿਖਿਆ ਹੋਇਆ, ਕਿਸੇ ਸ਼ਖਸ ਦੀ ਮੌਤ ਨਹੀਂ ਹੋਈ, ਪਰ 15 ਐਕਟਿਵ ਕੇਸ ਇਸ ਸਮੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਹੈਗੇ ਨੇ। ਫਤਿਹਗੜ੍ਹ ਸਾਹਿਬ ਤੋਂ ਬਾਅਦ ਅਸੀਂ ਰੁਕ ਕਰਾਂਗੇ ਮੋਗਾ ਦਾ। ਮੋਗਾ ਦੇ ਵਿੱਚ ਇਸ ਸਮੇਂ ਕੀ ਹਾਲ ਹੈ? ਤਾਂ ਮੋਗਾ ਦੇ ਵਿੱਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 69 ਮਾਮਲੇ ਟੋਟਲ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਤਾਂ ਮੋਗਾ ਦੇ ਵਿੱਚ 66 ਲੋਕ ਹੁਣ ਤੱਕ ਠੀਕ ਹੋ ਚੁੱਕੇ ਨੇ, ਜਦਕਿ 3 ਲੋਕ ਅਜੇ ਵੀ ਐਕਟਿਵ ਕੇਸ, ਅਸੀਂ ਤੁਹਾਨੂੰ ਦੱਸ ਰਹੇ ਕਿ 3 ਅਜੇ ਵੀ ਐਕਟਿਵ ਮਾਮਲੇ ਹੈਗੇ ਨੇ ਮੋਗਾ ਦੇ ਵਿੱਚ ਵੀ। ਮੋਗਾ ਤੋਂ ਬਾਅਦ ਅਸੀਂ ਰੁਕ ਕਰਾਂਗੇ ਰੋਪੜ ਦਾ, ਕਿ ਰੋਪੜ ਦੇ ਵਿੱਚ ਕੀ ਕੁਝ ਹਾਲ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਰੋਪੜ ਦੇ ਵਿੱਚ 72 ਟੋਟਲ ਮਾਮਲੇ ਰਿਪੋਰਟ ਕੀਤੇ ਗਏ ਨੇ, ਉਹਨਾਂ ਦੇ ਵਿੱਚੋਂ 69 ਲੋਕ ਠੀਕ ਹੋ ਗਏ। ਇਹ ਰਾਹਤ ਭਰੀ ਖਬਰ, ਤੇ ਇੱਕ ਸ਼ਖਸ ਦੀ ਮੌਤ ਹੋ ਗਈ ਸੀ। 2 ਐਕਟਿਵ ਮਾਮਲੇ ਇਸ ਸਮੇਂ ਰੋਪੜ ਦੇ ਵਿੱਚ ਹੈਗੇ ਨੇ। ਰੋਪੜ ਤੋਂ ਬਾਅਦ ਫਰੀਦਕੋਟ ਦਾ ਰੁਕ ਕਰਦੇ ਹਾਂ। ਫਰੀਦਕੋਟ ਦੇ ਵਿੱਚ ਕਿੰਨੇ ਮਾਮਲੇ ਨੇ? ਫਰੀਦਕੋਟ ਦੇ ਵਿੱਚ ਟੋਟਲ ਮਾਮਲੇ ਹੈਗੇ ਨੇ 88 ਦੇ ਵਿੱਚੋਂ ਨੰਬਰ ਦੇਖ ਰਹੇ ਹੋ ਤੁਸੀਂ, 64 ਲੋਕ ਠੀਕ ਹੋ ਚੁੱਕੇ ਨੇ। ਤੇ ਫਰੀਦਕੋਟ ਦਾ ਅੰਕੜਾ ਮੈਂ ਤੁਹਾਨੂੰ ਦੱਸ ਰਿਹਾ, ਕੋਈ ਵੀ ਇੱਥੇ ਮੌਤ ਦੀ ਖਬਰ ਨਹੀਂ ਹੈ, ਰਾਹਤ ਭਰੀ ਖਬਰ, ਜਦਕਿ 24 ਲੋਕਾਂ ਦੀ ਰਿਪੋਰਟ ਅਜੇ ਵੀ ਪੋਜ਼ਿਟਿਵ ਹੈ, ਯਾਨੀ ਕਿ 24 ਲੋਕਾਂ ਦਾ ਅਜੇ ਵੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਅੱਗੇ ਵਧਦੇ ਹਾਂ ਤੇ ਹੁਣ ਮੁਕਤਸਰ ਸਾਹਿਬ ਦਾ ਹਾਲ ਦੇਖਾਂਗੇ। ਮੁਕਤਸਰ ਸਾਹਿਬ ਦੇ ਵਿੱਚ ਕੀ ਕੁਝ ਹੈ? ਮੁਕਤਸਰ ਸਾਹਿਬ ਦੇ ਵਿੱਚ ਵੀ ਰਾਹਤ ਦੀ ਖਬਰ ਹੈ ਕਿ ਨਵਾਂ ਮਾਮਲਾ ਕੋਈ ਵੀ ਰਿਪੋਰਟ ਨਹੀਂ ਕੀਤਾ ਗਿਆ। 71 ਟੋਟਲ ਮਾਮਲੇ, 67 ਉਹਨਾਂ ਦੇ ਵਿੱਚੋਂ ਠੀਕ ਹੋ ਗਏ, ਜਦਕਿ 4 ਇਸ ਸਮੇਂ ਐਕਟਿਵ ਮਾਮਲੇ ਮੁਕਤਸਰ ਦੇ ਵਿੱਚ ਵੀ ਹੈਗੇ ਨੇ, ਮੁਕਤਸਰ ਸਾਹਿਬ ਦੇ ਵਿੱਚ ਵੀ ਹੈਗੇ ਨੇ। ਅੱਗੇ ਵਧਦੇ ਹਾਂ ਤੇ ਹੁਣ ਗੱਲ ਸੰਗਰੂਰ ਦੀ। ਸੰਗਰੂਰ ਹੌਟਸਪੌਟ ਬਣ ਚੁੱਕਿਆ ਹੈ ਪੰਜਾਬ ਦਾ ਇਹ ਜ਼ਿਲ੍ਹਾ ਵੀ। ਸੰਗਰੂਰ ਦੇ ਵਿੱਚ 11 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ। 136 ਟੋਟਲ ਕੇਸਿਸ ਹੁਣ ਤੱਕ ਸੰਗਰੂਰ ਦੇ ਵਿੱਚ ਹੋ ਚੁੱਕੇ ਨੇ। 116 ਲੋਕ ਠੀਕ ਹੋ ਗਏ ਤੇ ਪਹਿਲੀ ਮੌਤ ਦੀ ਖਬਰ ਵੀ ਅੱਜ ਸਾਹਮਣੇ ਆ ਗਈ ਸੰਗਰੂਰ ਤੋਂ, ਜਿਹੜੀ ਸੀ ਤੁਹਾਨੂੰ ਦੱਸੀ ਕਿ ਇੱਕ ਬਜ਼ੁਰਗ ਨੇ ਦਮ ਤੋੜਿਆ ਪਟਿਆਲਾ ਦੇ ਵਿੱਚ। ਤੇ ਟੋਟਲ ਗਿਣਤੀ ਇਸ ਸਮੇਂ ਐਕਟਿਵ ਮਾਮਲਿਆਂ ਦੀ 19 ਹੈ। ਸੰਗਰੂਰ 'ਚ ਵੀ 19 ਮਾਮਲੇ ਹੈਗੇ ਨੇ। ਖਤਰਾ ਸੰਗਰੂਰ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਹੈ। ਹੁਸ਼ਿਆਰਪੁਰ ਦਾ ਰੁਖ ਕਰਦੇ ਹਾਂ। ਹੁਸ਼ਿਆਰਪੁਰ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਨੇ? ਹੁਸ਼ਿਆਰਪੁਰ ਦੇ ਵਿੱਚ 136 ਟੋਟਲ ਮਾਮਲੇ ਰਿਪੋਰਟ ਕੀਤੇ ਗਏ ਨੇ। 136 ਦੇ ਵਿੱਚੋਂ 126 ਲੋਕ ਠੀਕ ਹੋ ਚੁੱਕੇ ਨੇ, ਜਦਕਿ 5 ਲੋਕਾਂ ਦੀ ਹੁਸ਼ਿਆਰਪੁਰ 'ਚ ਮੌਤ ਹੋ ਚੁੱਕੀ ਹੈ। ਤੇ ਇਸ ਸਮੇਂ ਸਿਰਫ 5 ਹੀ ਐਕਟਿਵ ਕੇਸ ਨੇ। ਰੱਬ ਕਰੇ ਉਹ ਵੀ ਜਲਦ ਤੋਂ ਜਲਦ ਠੀਕ ਹੋ ਜਾਣ। ਉਸ ਤੋਂ ਬਾਅਦ ਰੁਕ ਕਰਦੇ ਹਾਂ ਮੋਹਾਲੀ ਦਾ, ਕਿ ਮੋਹਾਲੀ ਦੇ ਵਿੱਚ ਕੀ ਕੁਝ ਅਪਡੇਟ ਹੈ। ਮੋਹਾਲੀ ਦੇ ਵਿੱਚ ਵੀ ਅੰਕੜਾ ਤਾਂ ਵਧਿਆ ਹੈ। ਨਵੇਂ ਕੇਸਿਸ ਆਏ ਨੇ। ਅੱਜ ਵੀ ਇੱਕ ਨਵਾਂ ਕੇਸ ਆਇਆ, ਜਿਹੜਾ 43 ਸਾਲਾ ਸ਼ਖਸ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਸੀ। ਗਿਣਤੀ ਵੱਧ ਕੇ ਤੁਸੀਂ ਦੇਖ ਰਹੇ ਹੋ 131 ਤੱਕ ਪਹੁੰਚ ਚੁੱਕੀ ਹੈ ਤੇ ਇੱਥੇ 20 ਐਕਟਿਵ ਕੇਸ ਨੇ। ਇਸ ਸਮੇਂ 108 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ, 3 ਲੋਕਾਂ ਦੀ ਮੌਤ ਹੋਈ ਤੇ ਪਿੱਛੇ 21 ਮਾਮਲੇ ਅਜੇ ਵੀ ਐਕਟਿਵ ਕੇਸਿਸ ਹੈਗੇ ਨੇ ਮੋਹਾਲੀ ਦੇ ਵਿੱਚ। ਉਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਪਟਿਆਲਾ ਦਾ। ਪਟਿਆਲਾ ਦੇ ਵਿੱਚ ਪੋਜ਼ਿਟਿਵ ਮਾਮਲੇ, ਇੱਥੇ ਵੀ ਗਿਣਤੀ ਵਧੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ। 147 ਟੋਟਲ ਕੇਸਿਸ ਹੁਣ ਤੱਕ ਪਟਿਆਲਾ ਜ਼ਿਲ੍ਹਾ ਦੇ ਵਿੱਚ ਹੋ ਚੁੱਕੇ ਨੇ। ਕੋਰੋਨਾ ਪੋਜ਼ਿਟਿਵ ਜਿਹੜੇ ਪਾਏ ਗਏ ਉਹਨਾਂ ਦੇ ਵਿੱਚੋਂ 116 ਲੋਕ ਠੀਕ ਹੋ ਚੁੱਕੇ ਨੇ, 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 28 ਕੇਸ ਇਸ ਸਮੇਂ ਵੀ ਪਟਿਆਲਾ ਜ਼ਿਲ੍ਹਾ ਦੇ ਵਿੱਚ ਪੋਜ਼ਿਟਿਵ ਹੈਗੇ ਨੇ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹਸਪਤਾਲਾਂ ਦੇ ਵਿੱਚ। ਉਸ ਤੋਂ ਬਾਅਦ ਰੁਕ ਕਰਦੇ ਹਾਂ ਨਵਾਂ ਸ਼ਹਿਰ ਦਾ। ਨਵਾਂ ਸ਼ਹਿਰ 'ਚ ਕੀ ਕੁਝ ਹਾਲਾਤ ਨੇ ਉਹ ਤੁਹਾਨੂੰ ਦੱਸਦੇ ਹਾਂ। 122 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ। 110 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ, ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ ਸੀ, ਯਾਨੀ ਕਿ ਇਸ ਸਮੇਂ 11 ਐਕਟਿਵ ਕੇਸਿਸ ਹੈਗੇ ਨੇ ਨਵਾਂ ਸ਼ਹਿਰ ਦੇ ਵਿੱਚ ਵੀ। ਤਾਂ ਨਵਾਂ ਸ਼ਹਿਰ ਦੇ ਵੀ ਇਹ ਪੂਰਾ ਹਾਲ ਤੁਹਾਨੂੰ ਦੱਸਿਆ ਸੀ, ਹਰ ਇੱਕ ਜ਼ਿਲ੍ਹੇ ਦਾ ਹਾਲ ਦੱਸਿਆ। ਦਰਅਸਲ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਜਾਂ ਸਭ ਤੋਂ ਜ਼ਿਆਦਾ ਜਿਨ੍ਹਾਂ ਨੂੰ ਲੈ ਕੇ ਪਰੇਸ਼ਾਨੀ ਹੈ, ਉਹਨਾਂ ਦੇ ਵਿੱਚ ਮਾਫੀ ਚਾਹਾਂਗਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਠਾਨਕੋਟ, ਸੰਗਰੂਰ ਵੀ ਉਸ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਤੇ ਨਾਲ-ਨਾਲ ਪਟਿਆਲਾ ਜ਼ਿਲ੍ਹਾ ਵੀ ਤੇ ਮੋਹਾਲੀ ਵੀ ਤੁਸੀਂ ਕਹਿ ਸਕਦੇ ਹੋ। ਤੇ ਸਿਰਫ ਇੱਕੋ ਜ਼ਿਲ੍ਹਾ ਫਿਰੋਜ਼ਪੁਰ ਜਿੱਥੇ ਕੋਰੋਨਾ ਮੁਕਤ ਜਿਹਨੂੰ ਤੁਸੀਂ ਕਹਿ ਸਕਦੇ ਹੋ। ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਸਮੇਂ ਕੋਰੋਨਾ ਦੇ ਐਕਟਿਵ ਮਾਮਲੇ ਹੈਗੇ ਨੇ। ਹੁਣ ਅੱਗੇ ਵਧਦੇ ਹਾਂ, ਕੁਝ ਖਬਰਾਂ ਦੇਖਾਂਗੇ ਫਟਾਫਟ ਅੰਦਾਜ਼ ਦੇ ਵਿੱਚ, ਪੂਰੇ ਪੰਜਾਬ ਦਾ ਹਾਲ ਤੁਹਾਡੇ ਸਾਹਮਣੇ ਰੱਖਾਂਗੇ।